TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੁਬਈ ਤੋਂ ਪਰਤੇ ਵਿਅਕਤੀ ਦੇ ਕਤਲ ਦੀ ਗੁੱਥੀ ਕੁਝ ਘੰਟਿਆਂ ਵਿੱਚ ਹੀ ਪੁਲਿਸ ਨੇ ਸੁਲਝਾਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਕਾਰਵਾਈ ਦੇ ਚਰਚੇ ਤੇਜ਼। ਪੰਜਾਬ ਦੇ ਕੁਝ ਸਾਬਕਾ ਮੰਤਰੀ ਅਤੇ ਵਿਧਾਇਕ ਜਲਦ ਹੋ ਸਕਦੇ ਨੇ ਸਲਾਖਾਂ ਪਿੱਛੇ। ਮੂਸੇਵਾਲਾ ਕਤਲ ਕਾਂਡ ਵਿੱਚ ਭੰਬਲ ਭੂਸਾ ਬਰਕਰਾਰ। ਭਗਵੰਤ ਮਾਨ ਕੈਬਨਿਟ ਦਾ ਵਿਸਥਾਰ ਜਲਦ। ਕੌਣ ਹੋ ਸਕਦੇ ਨੇ ਮੰਤਰੀ, ਕਿਆਸਰਾਈਆਂ ਜਾਰੀ। ਅਤੇ ਕਿਸਾਨ ਮਜ਼ਦੂਰ ਏਕਤਾ ਦੀ ਇੱਕ ਵੇਖਣ ਨੂੰ ਮਿਲੀ ਅਨੋਖੀ ਝਲਕ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਇਹ ਹੈ ਕਿ ਪਹਿਲਾਂ ਵੇਖ ਲੈਣਾ, ਪ੍ਰੋਗਰਾਮ ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਕਰਨ ਦੀ ਕੋਈ ਢਿੱਲ ਨਾ ਕਰਿਓ। ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਵੇਖ ਲੈਂਦੇ ਹੋ, ਸੁਣ ਲੈਂਦੇ ਹੋ, ਪਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਹਰ ਜਣਾ ਖਣਾ ਸਵਾਲ ਚੁੱਕ ਰਿਹਾ ਹੈ, ਪਰ ਤੁਸੀਂ ਇਹ ਆਪਣੇ ਆਪ ਅੰਦਾਜ਼ਾ ਲਾਇਓ ਕਿ ਅੰਮ੍ਰਿਤਸਰ ਦੇ ਵਿੱਚ ਬੀਤੇ ਕੁਝ ਕੁ ਦਿਨਾਂ ਦੇ ਵਿੱਚ ਬੈਕ ਟੂ ਬੈਕ 3 ਕਤਲ ਹੋਏ ਨੇ। ਹਰ ਇੱਕ ਕਤਲ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈ। ਜਿਸ ਕਤਲकांड ਦਾ ਮੈਂ ਜ਼ਿਕਰ ਕਰ ਰਿਹਾ, ਅਸਲ ਦੇ ਵਿੱਚ ਥਾਣਾ ਛੇਹਰਟਾ ਦੀ ਪੁਲਿਸ ਨੇ ਹਰਕ੍ਰਿਸ਼ਨ ਨਗਰ ਦੇ ਵਿੱਚ ਐਤਵਾਰ ਦੇ ਵੱਡੇ ਤੜਕੇ ਤਕਰੀਬਨ 3:15 ਵਜੇ ਇੱਕ ਕਤਲकांड ਹੋਇਆ ਸੀ। ਅੰਨਾ ਕਤਲ ਸੀ। ਤਕਰੀਬਨ 12 ਕੁ ਘੰਟਿਆਂ ਦੇ ਵਿੱਚ ਇਸ ਨੂੰ ਟਰੇਸ ਕਰ ਲਿਆ, ਸੁਲਝਾ ਲਿਆ। ਖਬਰਾਂ ਇਹ ਮਿਲੀਆਂ ਸੀ ਕਿ ਗੋਲੀ ਚੱਲੀ ਕੁਝ ਦਿਨ ਪਹਿਲਾਂ ਦੁਬਈ ਤੋਂ ਆਏ ਇੱਕ ਟਰੱਕ ਡਰਾਈਵਰ, ਜਿਸ ਦਾ ਨਾਮ ਹਰਿੰਦਰ ਸਿੰਘ ਦੱਸਿਆ ਗਿਆ ਸੀ, ਕਿ ਉਹਦਾ ਕਤਲ ਕਰ ਦਿੱਤਾ ਗਿਆ ਸੀ। ਖਬਰ ਇਹ ਸੀ ਕਿ ਆਪਣੀਆਂ 2 ਬੱਚੀਆਂ ਅਤੇ ਪਤਨੀ ਦੇ ਸਮੇਤ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਪਰ ਹੁਣ ਇਸ ਅੰਨੇ ਕਤਲ ਦੀ ਗੁੱਥੀ ਜਿਹੜੀ ਸੁਲਝੀ ਹੈ, ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕੂ ਨਿਕਲ ਕੇ ਕਿ ਅਸੀਂ ਖੜੇ ਖਲੋਤੇ ਕਿੱਥੇ ਆ। ਦੇਖੋ, ਪਰਿਵਾਰ ਦਾ ਢਿੱਡ ਪਾਲਣ ਦੇ ਵਾਸਤੇ, ਪੇਟ ਪਾਲਣ ਦੇ ਵਾਸਤੇ ਇਹ ਨੌਜਵਾਨ ਦੁਬਈ ਦੀ ਧਰਤੀ ਤੇ ਪਰਿਵਾਰ ਤੋਂ ਦੂਰ, ਪਰ ਪਿੱਛੇ ਘਰ ਵਾਲੀ ਨੇ ਕੀ ਗੁੱਲ ਖਿਲਾਰੇ ਔਰ ਅੰਜਾਮ ਕਿਸ ਗੱਲ ਨੂੰ ਦਿੱਤਾ, ਇਹ ਆਪਣੇ ਆਪ ਦੇ ਵਿੱਚ ਮੰਦਭਾਗੀ ਘਟਨਾ ਹੈ। ਖਬਰ ਤਾਂ ਇਹ ਮਿਲੀ ਹੈ ਕਿ ਹਰਮਿੰਦਰ ਦੀ ਆਪਣੀ ਪਤਨੀ ਸਤਨਾਮ ਕੌਰ ਉਸ ਦੀ ਕਾਤਲ ਨਿਕਲੀ ਹੈ, ਸਾਜ਼ਿਸ਼ ਘਾੜੀ ਨਿਕਲੀ ਹੈ। ਇਹਦੇ ਪਿੱਛੇ ਕਾਰਨ ਨਜਾਇਜ਼ ਸਬੰਧ ਦੱਸਿਆ। ਉਹਨੇ ਆਪਣੇ ਪ੍ਰੇਮੀ ਅਰਸ਼ਦੀਪ ਅਤੇ ਉਹਦਾ ਸਾਥੀ ਵਰਿੰਦਰ ਸਿੰਘ, ਉਹਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਘੜੀ। ਪੁਲਿਸ ਨੇ ਕਲਯੁਗੀ ਪਤਨੀ ਸਤਨਾਮ ਕੌਰ, ਉਸਦੇ ਪ੍ਰੇਮੀ ਮੁਲਜ਼ਮ ਅਰਸ਼ਦੀਪ ਅਤੇ ਉਸਦੇ ਤੀਜੇ ਸਾਥੀ ਮੁਲਜ਼ਮ ਵਰਿੰਦਰ ਸਿੰਘ, ਤਿੰਨਾਂ ਨੂੰ ਇਹ ਗ੍ਰਿਫਤਾਰ ਕਰ ਲਿਆ। ਤੇ ਉਹਦੇ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਹੋਰਾਂ ਨੇ, ਅਤੇ ਨਾਲ ਕੁਝ ਹੋਰ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਸੀ। ਉਹਨਾਂ ਨੇ ਦੱਸਿਆ ਕਿ ਸਤਨਾਮ ਕੌਰ ਦਾ ਪਤੀ, ਜਿਹੜਾ ਹੁਣ ਇਸ ਵਕਤ ਜਹਾਨ ਤੇ ਨਹੀਂ, ਮ੍ਰਿਤਕ ਹਰਿੰਦਰ ਸਿੰਘ, ਬੀਤੇ ਕੁਝ ਵਰ੍ਹਿਆਂ ਤੋਂ ਦੁਬਈ ਦੇ ਵਿੱਚ ਸੀ, ਉੱਥੇ ਟਰੱਕ ਚਲਾਉਂਦਾ ਸੀ। ਇਸੇ ਅਰਸੇ ਦੇ ਦੌਰਾਨ ਸਤਨਾਮ ਕੌਰ ਦੇ ਮੁਲਜ਼ਮ ਅਰਸ਼ਦੀਪ ਨਾਲ ਨਜਾਇਜ਼ ਸੰਬੰਧ ਬਣਦੇ ਹੈ। ਤੇ ਇਹਦੀ ਭਿਣਕ ਖਬਰ ਇਹ ਹੈ ਕਿ ਹਰਿੰਦਰ ਸਿੰਘ ਨੂੰ ਲੱਗ ਚੁੱਕੀ ਸੀ। ਤਕਰੀਬਨ 12-13 ਦਿਨ ਪਹਿਲਾਂ ਹਰਿੰਦਰ ਸਿੰਘ ਦੁਬਈ ਤੋਂ ਅੰਮ੍ਰਿਤਸਰ ਆ ਗਿਆ ਸੀ। ਤੇ ਇਸ ਤੋਂ ਆਉਣ ਤੋਂ ਬਾਅਦ ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਬੰਦੇ ਨੂੰ ਭਿਣਕ ਲੱਗੀ ਹੋਵੇ, ਉਹ ਸਤਨਾਮ ਕੌਰ ਤੇ ਤਿੱਖੀ ਨਜ਼ਰ ਰੱਖਣ ਲੱਗ ਪਿਆ, ਜਿਹਦੇ ਕਾਰਨ ਸਤਨਾਮ ਕੌਰ ਆਪਣੇ ਪ੍ਰੇਮੀ ਅਰਸ਼ਦੀਪ ਨੂੰ ਮਿਲ ਨਹੀਂ ਸੀ ਪਾ ਰਹੀ। ਇਸ ਸੰਬੰਧੀ ਸਤਨਾਮ ਕੌਰ ਨੇ ਅਰਸ਼ਦੀਪ ਦੇ ਨਾਲ ਸਾਰੀ ਵਿਉਂਤ ਕੀਤੀ, ਸਾਰੀ ਸਾਜ਼ਿਸ਼ ਘੜੀ, ਤੇ ਫਿਰ ਉਹਨੇ ਆਪਣੇ ਪਤੀ ਹਰਿੰਦਰ ਸਿੰਘ ਨੂੰ ਰਸਤੇ ਦੇ ਵਿੱਚੋਂ ਮੁਕੰਮਲ ਤੌਰ ਤੇ ਹਟਾਉਣ ਦੀ ਯੋਜਨਾ ਬਣਾ ਲਈ। ਸਤਨਾਮ ਕੌਰ ਨੇ ਇਸ ਕੰਮ ਦੇ ਵਾਸਤੇ ਅਰਸ਼ਦੀਪ ਅਤੇ ਵਰਿੰਦਰ ਨੂੰ ਦੱਸਿਆ ਜਾ ਰਿਹਾ ਹੈ ਕਿ 2,70,000 ਰੁਪਏ ਦੇਣ ਦੀ ਗੱਲ ਵੀ ਪੁਲਿਸ ਦੇ ਸਾਹਮਣੇ ਮੰਨੀ ਹੈ। ਇਸ ਆਪਾਂ ਇਹ ਆਖ ਸਕਦੇ ਹਾਂ ਕਿ ਲੱਗਦੀ ਤਾਂ ਸੁਣਨ ਨੂੰ ਕਹਾਣੀ ਹੈ, ਪਰ ਦੋਸਤੋ ਕਹਾਣੀ ਨਹੀਂ, ਇਹ ਸੱਚੀ ਘਟਨਾ ਹੈ। ਖੇਡ ਰਚ ਲਈ ਗਈ, ਜਿਸ ਦੇ ਵਿੱਚ ਹਰਿੰਦਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ। ਦੱਸਣਾ ਬਣਦਾ ਕਿ ਸਵੇਰ ਦਾ ਵੇਲਾ ਸੀ। ਸਤਨਾਮ ਕੌਰ ਆਪਣੇ ਪਤੀ ਸਮੇਤ ਤੇ ਆਪਣੀਆਂ ਦੋਵੇਂ ਬੇਟੀਆਂ ਦੇ ਨਾਲ ਮੋਟਰਸਾਈਕਲ ਤੇ ਸਵੇਰੇ 3:15 ਦਾ ਸਮਾਂ ਸੀ। ਘਰਦਿਆਂ ਨੂੰ ਵੀ ਬਹੁਤਿਆਂ ਨੂੰ ਪਤਾ ਨਹੀਂ ਸੀ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਲੈ ਨਿਕਲਦੀ ਹੈ। ਜਦੋਂ ਉਹ ਸ਼੍ਰੀ ਹਰਕ੍ਰਿਸ਼ਨ ਨਗਰ ਦੇ ਨੇੜੇ
ਦਸ਼ਮੇਸ਼ ਗਨ ਹਾਊਸ ਦੇ ਨੇੜੇ ਪਹੁੰਚਦੇ ਆ ਤਾਂ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨ ਆਉਂਦੇ ਆ, ਫੇਟ ਮਾਰਦੇ ਆ। ਪਹਿਲਾਂ ਤਾਂ ਖਬਰਾਂ ਇਹ ਸੀ ਕਿ ਮੁੰਡੇ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ, ਫੇਟ ਮਾਰ ਕੇ ਸੁੱਟ ਦਿੱਤਾ, ਉਹਦਾ ਪਰਸ ਖੋਹ ਲਿਆ, ਉਹਦਾ ਮੋਬਾਈਲ ਖੋਹ ਲਿਆ, ਫਿਰ ਗੋਲੀ ਵੀ ਮਾਰ ਦਿੱਤੀ। ਇਹਦੇ ਤੋਂ ਬਾਅਦ ਕੁਝ ਲੋਕਾਂ ਨੇ ਉਹਦੇ ਪਰਿਵਾਰਕ ਜੀਆਂ ਨੂੰ ਜਾ ਕੇ ਖਬਰ ਦਿੱਤੀ ਤੇ ਹਰਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ। ਹੁਣ ਸਤਨਾਮ ਕੌਰ ਦੇ ਸਰੀਰ ਤੇ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਨੇ, ਕਿਉਂਕਿ ਤੁਰੇ ਜਾਂਦੇ ਮੋਟਰਸਾਈਕਲ ਤੋਂ ਜਾ ਰਹੇ ਮੋਟਰਸਾਈਕਲ ਨੂੰ ਫੇਟ ਮਾਰ ਕੇ ਜਦੋਂ ਸੁੱਟਿਆ ਗਿਆ, ਥੋੜੀਆਂ ਬਹੁਤੀਆਂ ਸੱਟਾਂ ਉਹਦੇ ਵੀ ਲੱਗੀਆਂ। ਹੁਣ ਤੁਸੀਂ ਹਿਸਾਬ ਲਾਓ ਕਿ ਇਹਦੇ ਵਿੱਚ ਕਸੂਰਵਾਰ ਕੌਣ ਹੈ? ਕੀ ਸਾਡੀ ਮਾਨਸਿਕਤਾ ਬਿਮਾਰ ਹੋ ਗਈਆਂ ਅਸੀਂ? ਕੀ ਰਿਸ਼ਤਿਆਂ ਦਾ ਘਾਣ ਕਰ ਰਹੇ ਹਾਂ ਅਸੀਂ? ਸੱਚਮੁੱਚ ਇਹ ਕਤਲ ਜਿਹੜਾ ਹੋਇਆ ਭਾਵੇਂ ਸੁਲਝਾ ਲਿਆ ਗਿਆ ਹੈ, ਪਰ ਤੁਸੀਂ ਦੇਖੋ ਕਿ ਇੱਕ ਵਿਅਕਤੀ ਆਪਣੇ ਪਰਿਵਾਰ ਨੂੰ ਪਾਲਣ ਦੇ ਵਾਸਤੇ ਵਿਦੇਸ਼ ਦੀ ਧਰਤੀ ਤੇ ਜਾਂਦਾ, ਪਤਾ ਨਹੀਂ ਕਿਵੇਂ ਦਸੌਂਟੇ ਕੱਟਦਾ ਹੋਣਾ, ਪਤਾ ਨਹੀਂ ਕਿਵੇਂ ਢਿੱਡ ਨੂੰ ਗੰਢਾਂ ਦੇ ਦੇ ਕੇ ਪਿੱਛੇ ਪਰਿਵਾਰ ਨੂੰ ਪਾਲਣ ਦੇ ਯਤਨ ਕਰਦਾ ਹੋਣਾ, ਪਰ ਪਿੱਛੇ ਸਤਨਾਮ ਕੌਰ ਨੇ ਕਲੰਕਿਤ ਕਰ ਦਿੱਤਾ ਰਿਸ਼ਤਾ ਤੇ ਘਰ ਵਾਲੇ ਨੂੰ ਜਹਾਨੋਂ ਤੋੜ ਦਿੱਤਾ ਹੈ। ਤੇ ਅਗਲੀ ਖਬਰ ਹੈ ਸਿੱਧੂ ਮੂਸੇਵਾਲਾ ਦਾ ਕਤਲ। ਹਰ ਰੋਜ਼ ਕੋਈ ਨਾ ਕੋਈ ਜਾਣਕਾਰੀ ਜਿਸ ਦੇ ਕਾਰਨ ਕਨਫਿਊਜ਼ਨ ਵੀ ਕ੍ਰੀਏਟ ਹੁੰਦੀ ਰਹਿੰਦੀ ਹੈ, ਭੰਬਲ ਭੂਸਾ ਵੀ ਬਣਦਾ ਰਹਿੰਦਾ ਹੈ। ਤੁਹਾਨੂੰ ਯਾਦ ਹੋਣਾ ਹੈ ਕਿ 29 ਤਰੀਕ ਸੀ ਪਿਛਲੇ ਮਹੀਨੇ ਦੀ, ਮੂਸਾ ਪਿੰਡ ਤੋਂ ਤੁਰਿਆ, ਨੇੜੇ ਹੀ ਪਿੰਡ ਹੈ ਜਵਾਹਰ ਕੇ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਤੇ ਬੇਰਹਿਮੀ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਕਤਲ ਤੋਂ ਬਾਅਦ ਲਗਾਤਾਰ ਦਿੱਲੀ ਅਤੇ ਪੰਜਾਬ ਪੁਲਿਸ ਵੱਖੋ ਵੱਖਰੇ ਦਾਅਵੇ ਕਰ ਰਹੀਆਂ ਨੇ, ਪਰ ਹੁਣ ਇਸ ਜਾਂਚ ਦੇ ਵਿੱਚ ਪੰਜਾਬ ਤੇ ਦਿੱਲੀ ਪੁਲਿਸ ਦੇ ਦਾਅਵੇ ਵੱਖਰੇ ਵੱਖਰੇ ਨੇ। ਜਿਹੜੇ ਵੇਰਵੇ ਮਿਲੇ ਨੇ ਉਹਨਾਂ ਦੇ ਅਨੁਸਾਰ 8 ਸ਼ਾਰਪ ਸ਼ੂਟਰਾਂ ਦੀ ਸੂਚੀ ਰਿਲੀਜ਼ ਕੀਤੀ ਗਈ ਸੀ, ਪਰ ਹੁਣ ਮੰਨੀਏਗੀ ਜੀ ਪੁਲਿਸ ਆਖ ਰਹੀ ਹੈ ਕਿ ਇਸ ਕਤਲकांड ਦੇ ਵਿੱਚ ਜਿਨ੍ਹਾਂ ਦੀ ਸੂਚੀ ਰਿਲੀਜ਼ ਕੀਤੀ ਗਈ ਸੀ ਉਹਨਾਂ ਚੋਂ ਸ਼ਾਮਲ ਵੀ ਨਹੀਂ ਹੈ। ਕੁਝ ਕੁ ਕਹਿੰਦੇ ਉਹ ਸ਼ਾਮਲ ਨਹੀਂ। ਦਿੱਲੀ ਪੁਲਿਸ ਕਹਿੰਦੀ 5-6 ਸ਼ੂਟਰ ਸੀ ਤੇ ਪੰਜਾਬ ਪੁਲਿਸ ਦੱਸ ਰਹੀ ਹੈ ਕਿ 4 ਸ਼ੂਟਰ ਸੀ। ਹੁਣ ਕਿੱਥੇ 8, ਕਿੱਥੇ 4, ਕਿੱਥੇ 6, ਥਿਊਰੀ ਇੱਕ ਨਜ਼ਰ ਨਹੀਂ ਆ ਰਹੀ, ਜਿਸ ਦੇ ਕਾਰਨ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਾਲੇ ਦਿੱਲੀ ਜਾਂ ਪੰਜਾਬ ਪੁਲਿਸ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਮੂਸੇਵਾਲੇ ਦੇ ਕਤਲ ਕਰਨ ਵਾਲੇ ਕਿੰਨੇ ਸ਼ੂਟਰ ਸੀ, ਕਿੰਨੇ ਲੋਕ ਸੀ ਜਿਨ੍ਹਾਂ ਨੇ ਉਸ ਕਤਲकांड ਨੂੰ ਅੰਜਾਮ ਦਿੱਤਾ। ਦੱਸਣਾ ਬਣਦਾ ਕਿ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਮੂਸੇਵਾਲੇ ਦੇ ਕਤਲ ਦੇ ਕੇਸ ਵਿੱਚ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਹੈ। ਇਹਨਾਂ ਵਿੱਚੋਂ ਪੁਣੇ ਦੇ ਸੌਰਵ ਮਹਾਕਾਲ ਨੂੰ ਪੁਣੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਪਰ ਹੁਣ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਹਾਕਾਲ ਮੂਸੇਵਾਲਾ ਦਾ ਕਾਤਲ ਤਾਂ ਹੈ ਨਹੀਂ, ਪਰ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ। ਇਸੇ ਤਰ੍ਹਾਂ ਬਠਿੰਡਾ ਪੁਲਿਸ ਨੇ ਰਾਣੂ ਨਾਂ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਹੁਣ ਪੁਲਿਸ ਉਹਦੇ ਬਾਰੇ ਵੀ ਆਖ ਰਹੀ ਹੈ ਕਿ ਰਾਣੂ ਅਪਰਾਧੀ ਕਿਸਮ ਦਾ ਤਾਂ ਜ਼ਰੂਰ ਹੈ, ਉਹਦੇ ਉੱਤੇ 11 ਕੇਸ ਵੀ ਦਰਜ ਨੇ, ਪਰ ਉਹ ਸਿੱਧੇ ਤੌਰ ਤੇ ਸਿੱਧੂ ਦੇ ਕਤਲ ਕੇਸ ਦੇ ਵਿੱਚ ਸ਼ਾਮਲ ਨਹੀਂ ਲੱਗਦਾ। ਕਦੇ ਕਹਿ ਦਿੰਦੇ ਨੇ ਸ਼ਾਮਲ ਹੈ, ਕਦੇ ਕਹਿੰਦੇ ਨੇ ਸ਼ਾਮਲ ਨਹੀਂ ਲੱਗਦਾ, ਕਦੇ ਤੋਲਾ ਹੋ ਜਾਂਦੇ ਆ ਤੇ ਕਦੇ ਮਾਸਾ ਹੋ ਜਾਂਦੇ ਆ। ਇੱਥੋਂ ਤੱਕ ਕਿ ਮੂਸੇਵਾਲੇ ਦੇ ਕਤਲ ਦੇ ਵਿੱਚ ਵਰਤੇ ਗਏ ਹਥਿਆਰਾਂ ਦੇ ਬਾਬਤ ਵੀ ਹਲੇ ਸਪਸ਼ਟ ਰਾਏ ਸਾਹਮਣੇ ਨਹੀਂ ਆ ਰਹੀ, ਪਰ ਉਹਦੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਇਹ ਗੱਲ ਜ਼ਰੂਰ ਸਾਹਮਣੇ ਆਈ ਸੀ ਕਿ ਸਿੱਧੂ ਦੇ ਸਰੀਰ ਤੇ 24 ਗੋਲੀਆਂ ਦੇ ਨਿਸ਼ਾਨ ਸੀ। 7 ਗੋਲੀਆਂ ਉਹਦੇ ਸਰੀਰ ਦੇ ਅੰਦਰੋਂ ਮਿਲੀਆਂ ਸੀ। ਪੁਲਿਸ ਨੇ ਪਹਿਲਾਂ ਆਖਿਆ ਸੀ ਕਿ ਮੂਸੇਵਾਲੇ ਦੇ ਕਤਲ ਦੇ ਵਿੱਚ 3 ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਉਹਨਾਂ ਵਿੱਚ ਰੂਸ ਦੀ ਬਣੀ ਹੋਈ ਗਨ N94 ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ, ਪਰ ਯਕੀਨ ਨਾਲ ਇਸ ਹਥਿਆਰ ਦੇ ਹੋਣ ਬਾਬਤ ਪੰਜਾਬ ਪੁਲਿਸ ਹਾਲੇ ਹੋਰ ਕੁਝ ਨਹੀਂ ਦੱਸ ਰਹੀ। ਪੁਲਿਸ ਦਾ ਕਹਿਣਾ ਹੈ ਕਿ ਸਬੂਤ ਲੈਬੋਰਟਰੀ ਵਿੱਚ ਭੇਜੇ ਗਏ ਸੀ, ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਅਸਲੀਅਤ ਪਤਾ ਲੱਗ ਸਕੇਗੀ। ਪਰ ਪੁਲਿਸ ਨੇ ਹੁਣ ਤੱਕ ਇਸ ਕੇਸ ਦੇ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ ਉਰਫ ਕੇਕੜਾ ਵੀ ਸ਼ਾਮਲ ਹੈ। ਇਸ ਵਕਤ ਉਹ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ। ਉਹਦੇ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਮੋਨੂ ਡਾਗਰ, ਪਵਨ, ਨਸੀਬ ਖਾਨ ਵੀ ਕੇਕੜਾ ਦੇ ਨਾਲ ਹੀ 15 ਜੂਨ ਤੱਕ ਪੁਲਿਸ ਰਿਮਾਂਡ ਤੇ ਨੇ। ਇਹਨਾਂ ਦੇ ਨਾਲ ਨਾਲ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਪੱਬੀ, ਚਰਨਦੀਪ ਉਰਫ ਚੇਤਨ, ਇਹ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਮਾਨਸਾ ਦੀ ਜੇਲ੍ਹ ਵਿੱਚ ਭੇਜੇ ਹੋਏ ਨੇ। ਤੇ ਦੂਸਰੇ ਪਾਸੇ ਮਾਨਸਾ ਦੇ ਐਸਐਸਪੀ ਗੌਰਵ ਤੂਰਾ, ਐਸਐਸਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਸੰਬੰਧਿਤ ਹਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਕਾਬੂ ਕਰਨ ਦੇ ਵਾਸਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਦਿੱਲੀ ਅਤੇ ਪੰਜਾਬ ਪੁਲਿਸ ਦੋਵਾਂ ਦੇ ਸੁਰ ਪਰ ਇਸ ਕਤਲकांड ਦੇ ਲਈ ਵੱਖਰੇ ਵੱਖਰੇ ਨੇ।
ਜਿੱਥੇ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਹਦੇ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ, ਉੱਥੇ ਦੂਸਰੇ ਪਾਸੇ ਦਿੱਲੀ ਪੁਲਿਸ ਪੰਜਾਬ ਪੁਲਿਸ ਦਾ ਕੋਈ ਵਾਹ ਨਹੀਂ ਚੱਲਣ ਦੇ ਰਹੀ, ਕਿਉਂਕਿ ਦਿੱਲੀ ਪੁਲਿਸ ਲਗਾਤਾਰ ਉਹਦੇ ਰਿਮਾਂਡ ਦੇ ਵਿੱਚ ਵਾਧਾ ਕਰਾ ਰਹੀ ਹੈ। ਦੱਸਣਾ ਬਣਦਾ ਕਿ ਲਾਰੈਂਸ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ ਤੇ ਮੂਸੇਵਾਲੇ ਦੇ ਕਤਲ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਆਰਮਜ਼ ਐਕਟ ਦੇ ਰਿਮਾਂਡ ਤੇ ਲੈ ਲਿਆ ਸੀ। ਉਦੋਂ ਤੋਂ ਹੁਣ ਤੱਕ ਦਿੱਲੀ ਪੁਲਿਸ ਦੀ ਉਹ ਕਸਟਡੀ ਵਿੱਚ ਹੈ। ਪੰਜਾਬ ਪੁਲਿਸ ਉਸੇ ਦਿਨ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਕਿ ਦਿੱਲੀ ਪੁਲਿਸ ਦਾ ਰਿਮਾਂਡ ਕਦੋਂ ਖਤਮ ਹੋਵੇ, ਕਦੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਹਦੇ ਕੋਲੋਂ ਪੁੱਛ ਪੜਤਾਲ ਕੀਤੀ ਜਾਵੇ। ਦਿੱਲੀ ਅਤੇ ਪੰਜਾਬ ਪੁਲਿਸ ਹੀ ਨਹੀਂ, ਖਬਰਾਂ ਤਾਂ ਇਹ ਨੇ ਕਿ 4-5 ਸੂਬਿਆਂ ਦੀਆਂ ਸਰਕਾਰਾਂ, ਭਾਵ ਉੱਥੋਂ ਦੀਆਂ ਜਿਹੜੀਆਂ ਪੁਲਿਸ ਸੰਸਥਾਵਾਂ ਨੇ ਜਾਂ ਪੁਲਿਸ ਹੈ 4-5 ਸੂਬਿਆਂ ਦੀ, ਉਹ ਇਹਨਾਂ ਜਾਂਚਾਂ ਦੇ ਵਿੱਚ ਪੜਤਾਲਾਂ ਦੇ ਵਿੱਚ ਲੱਗੀ ਹੋਈ ਹੈ, ਜਾਂਚ ਪੜਤਾਲ ਕਰ ਰਹੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਲੀਪ ਵਾਲਸੇ ਪਾਟਲ ਨੇ ਦੱਸਿਆ ਕਿ ਮੂਸੇਵਾਲੇ ਦੇ ਕਤਲ ਕੇਸ ਦੀ ਜਾਂਚ ਮਹਾਰਾਸ਼ਟਰ ਦਾ ਅੱਤਵਾਦ ਰੋਕੂ ਦਸਤਾ ਵੀ ਲੱਗਿਆ ਹੋਇਆ ਹੈ। ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਸੀ। ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ 4-5 ਸੂਬਿਆਂ ਦੀ ਪੁਲਿਸ ਮਿਲ ਕੇ ਕੰਮ ਕਰ ਰਹੀ ਹੈ। ਉਹ ਕਹਿੰਦੇ ਮੈਂ ਜਾਂਚ ਦੇ ਉੱਤੇ ਜਨਤਕ ਤੌਰ ਤੇ ਕੋਈ ਟਿੱਪਣੀ ਤਾਂ ਨਹੀਂ ਕਰ ਸਕਦਾ, ਕਿਉਂਕਿ ਸਾਰਾ ਕੁਝ ਜਾਂਚ ਦੇ ਅਧੀਨ ਹੈ, ਮੁੱਦਾ ਸੰਵੇਦਨਸ਼ੀਲ ਹੈ। ਪਰ ਹਾਂ, ਕਹਿੰਦੇ ਮੈਂ ਇੰਨਾ ਜ਼ਰੂਰ ਦੱਸ ਸਕਦਾ ਹਾਂ ਕਿ ਮਹਾਰਾਸ਼ਟਰ ਪੁਲਿਸ ਅਤੇ ਮਹਾਰਾਸ਼ਟਰ ਦੀ ATS ਇਸ ਉੱਤੇ ਨਜ਼ਰ ਜ਼ਰੂਰ ਰੱਖ ਰਹੀ ਹੈ। ਇੱਥੇ ਇਹ ਵੀ ਗੱਲ ਉਚੇਚੇ ਤੌਰ ਤੇ ਦੱਸਣ ਵਾਲੀ ਹੈ ਕਿ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਲਈ ਇਹ ਕਤਲकांड ਗਲੇ ਦੀ ਹੱਡੀ ਬਣਿਆ ਹੋਇਆ, ਕਿਉਂਕਿ ਵਿਰੋਧੀਆਂ ਨੇ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਸੀ, ਤਿੱਖੇ ਨਿਸ਼ਾਨੇ ਬੰਨ੍ਹੇ ਸੀ। ਹੁਣ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਜ਼ਿਮਨੀ ਲੋਕ ਸਭਾ ਚੋਣ ਹੈ ਤੇ ਮੂਸੇਵਾਲੇ ਦੇ ਕਤਲकांड ਨੂੰ ਵਿਰੋਧੀ ਧਿਰਾਂ ਉੱਥੇ ਵੀ ਹਥਿਆਰ ਵਜੋਂ ਜ਼ਰੂਰ ਵਰਤਣਗੀਆਂ। ਇਸ ਕਰਕੇ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਇਸ ਕਤਲ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਪਰ ਕੀ ਗ੍ਰਿਫਤਾਰੀਆਂ ਜਲਦ ਹੁੰਦੀਆਂ ਨੇ? ਕੋਸ਼ਿਸ਼ ਕਰਾਂਗੇ ਕਿ ਜਿਹੜੇ ਹਥਿਆਰਾਂ ਦੀ ਵਰਤੋਂ ਅੱਜ ਤੱਕ ਗੈਂਗਸਟਰਸ ਨੇ ਕੀਤੀ ਹੈ, ਇੱਕ ਵੱਖਰਾ ਪ੍ਰੋਗਰਾਮ, ਕਿਉਂਕਿ ਜੇ ਮੈਂ ਇਸ ਪ੍ਰੋਗਰਾਮ ਵਿੱਚੋਂ ਸਾਰੀ ਜਾਣਕਾਰੀ ਪਾਉਂਦਾ ਸੀ ਤਾਂ ਬਾਕੀ ਜਾਣਕਾਰੀਆਂ ਜਾਂ ਖਬਰਾਂ ਰਹਿ ਜਾਣੀਆਂ ਸੀ, ਕਿਉਂਕਿ 10-15 ਮਿੰਟ ਘੱਟੋ ਘੱਟ ਉਹ ਇਕੱਲਾ ਹੀ ਮੰਗਦਾ ਹੈ। ਕੋਸ਼ਿਸ਼ ਕਰੂੰਗਾ ਕਿ ਵੱਖਰਿਆਂ ਕਰਕੇ ਉਹਨੂੰ ਤੁਹਾਡੇ ਰੂਬਰੂ ਕਰ ਸਕਾਂ। ਤੇ ਅਗਲੀ ਗੱਲ ਚਰਚਾ ਦਾ ਵਿਸ਼ਾ ਇਸ ਵਕਤ ਇਹ ਹੈ, ਆਪਾਂ ਬੀਤੇ ਦਿਨ ਹੀ ਆਖਿਆ ਸੀ ਮਾਨ ਸਾਹਿਬ 27 28 ਵਿਭਾਗ ਇੱਕ ਵਿਅਕਤੀ ਨਹੀਂ ਸਾਂਭ ਸਕਦਾ। ਜੇ ਤੁਹਾਨੂੰ ਲੱਗਦਾ ਕਿ ਕੈਬਨਿਟ ਵਿੱਚ ਵਿਸਥਾਰ ਦੀ ਲੋੜ ਹੈ ਤਾਂ ਕਰੋ। ਹੁਣ ਖਬਰਾਂ ਇਹ ਨੇ ਕਿ ਬਜਟ ਸੈਸ਼ਨ ਤੋਂ ਬਾਅਦ ਭਗਵੰਤ ਮਾਨ ਆਪਣੀ ਕੈਬਨਿਟ ਦੇ ਵਿੱਚ ਵਿਸਥਾਰ ਕਰ ਸਕਦੇ ਆ। ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧੀਨ ਡਾਕਟਰ ਵਿਜੇ ਸਿੰਗਲਾ ਬਰਖਾਸਤ ਕਰ ਦਿੱਤੇ ਗਏ ਸੀ। ਉਹ ਪੰਜਾਬ ਦੇ ਸਿਹਤ ਮੰਤਰੀ ਸੀ। ਹੁਣ ਮੰਤਰੀ ਮੰਡਲ ਦੇ ਵਿੱਚ ਕਈ ਅਹੁਦੇ ਖਾਲੀ ਪਏ ਹੈ। ਪਹਿਲਾਂ 10 ਹੁੰਦੇ ਸੀ, 10 ਦੇ ਵਿੱਚੋਂ ਇੱਕ ਜੇਲ੍ਹ ਚਲੇਗਾ, ਹੁਣ 9। ਮਾਨ ਸਰਕਾਰ ਆਪਣੀ ਕੈਬਨਿਟ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ, ਜਾਣਕਾਰੀ ਜਿਹੜੀ ਆਲਾ ਮਿਆਰੀ ਸੂਤਰਾਂ ਤੋਂ ਮਿਲ ਰਹੀ ਹੈ ਕਿ 4 ਤੋਂ 5 ਮੰਤਰੀਆਂ ਨੂੰ ਸ਼ਾਮਲ ਕਰ ਸਕਦੇ ਹੈ। ਤੇ ਇਹ ਵੀ ਖਬਰਾਂ ਨੇ ਕਿ ਮੁੱਖ ਮੰਤਰੀ ਪਹਿਲਾਂ ਹੀ ਆਖ ਰਹੇ ਸੀ ਕਿ ਮੰਤਰੀਆਂ ਦੇ ਕੰਮ ਦਾ ਕੁਝ ਸਮੇਂ ਬਾਅਦ ਉਹ ਜਾਇਜ਼ਾ ਲੈਣਗੇ। ਉਹਨਾਂ ਨੂੰ ਬਦਲਿਆ ਜਾ ਸਕਦਾ, ਉਹਨਾਂ ਦੇ ਵਿਭਾਗ ਬਦਲੇ ਜਾ ਸਕਦੇ ਆ ਜਿਹੜੇ ਮੰਤਰੀ ਸਰਕਾਰ ਦੇ ਮਾਪਦੰਡਾਂ ਤੇ ਖਰੇ ਨਹੀਂ ਉਤਰੇ ਹੋਣੇ। ਹੋ ਸਕਦਾ ਕਿ ਉਹਨਾਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਜਾ ਸਕੇ, ਇਹ ਸੰਭਾਵਨਾ ਬਰਕਰਾਰ ਹੈ। ਪਰ ਪਤਾ ਲੱਗ ਜੂ ਕਿ ਕਿਹੜੇ ਸਹੀ ਕੰਮ ਨਹੀਂ ਕਰ ਸਕੇ ਤੇ ਸਰਕਾਰ ਉਹਨਾਂ ਤੋਂ ਕਿੰਨਾ ਕੁ ਕੰਮ ਚਾਹੁੰਦੀ ਹੈ। ਤੇ ਜਿਨ੍ਹਾਂ ਨੂੰ ਨਵਾਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਊ, ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਭਾਈ ਇਹ ਕੁਰਸੀ ਕਿਸੇ ਵਕਤ ਬਦਲੀ ਵੀ ਜਾ ਸਕਦੀ ਹੈ ਤੇ ਖੋਹੀ ਵੀ ਜਾ ਸਕਦੀ ਹੈ। ਇਸ ਵਕਤ ਮੁੱਖ ਮੰਤਰੀ ਮਾਨ ਤੋਂ ਇਲਾਵਾ 9 ਮੰਤਰੀ ਹੈ। ਸੂਬਾ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਹੋ ਸਕਦੇ ਹੈ। ਇਸ ਤੋਂ ਪਹਿਲਾਂ 7 ਅਸਾਮੀਆਂ ਖਾਲੀ ਸੀ। ਡਾਕਟਰ ਵਿਜੇ ਸਿੰਗਲਾ ਇਸ ਵਕਤ ਜੇਲ੍ਹ ਯਾਤਰਾ ਤੇ ਨੇ, ਮੰਤਰੀ ਮੰਡਲ ਚੋਂ ਬਰਖਾਸਤ ਕੀਤੇ ਨੇ, ਇਸ ਕਰਕੇ ਉਹਨਾਂ ਦੀ ਥਾਂ ਤੇ ਇੱਕ ਹੋਰ ਮੰਤਰੀ ਦਾ ਅਹੁਦਾ ਵੀ ਖਾਲੀ ਪਿਆ। ਪਰ ਜਾਣਕਾਰੀ ਇਹ ਲੱਗ ਰਹੀ ਹੈ ਕਿ ਸਰਕਾਰ ਦੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਮੰਤਰੀਆਂ ਦੀ ਵੰਡ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਭਾਗਾਂ ਵਿੱਚੋਂ ਕੀਤੀ ਜਾਊ। ਜਿਨ੍ਹਾਂ ਨਵੇਂ ਮੰਤਰੀਆਂ ਦੀ ਨਿਯੁਕਤੀ ਕੀਤੀ ਜਾਏਗੀ ਉਹਨਾਂ ਵਿੱਚ ਮਹਿਲਾ ਵਿਧਾਇਕਾਂ ਅਤੇ ਲਗਾਤਾਰ ਦੂਸਰੀ ਵਾਰ ਵਿਧਾਇਕ ਬਣਨ ਵਾਲੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਤੇ ਖਬਰਾਂ ਇਹ ਵੀ ਨੇ ਕਿ ਡਾਕਟਰ ਇੰਦਰਵੀਰ ਨਿੱਜਰ ਉਹ ਸਿਹਤ ਮੰਤਰੀ ਬਣਾਏ ਜਾ ਸਕਦੇ ਆ। ਇਹਦੇ ਤੋਂ ਇਲਾਵਾ ਜਿਹੜੇ ਕੈਬਨਿਟ ਮੰਤਰੀ ਹੋਰ ਸ਼ਾਮਲ ਕੀਤੇ ਜਾਣ ਨੇ, ਪਹਿਲਾਂ ਤਾਂ ਰਿਵਿਊ ਕੀਤਾ ਜਾਊ, ਉਹਦੇ ਤੋਂ ਬਾਅਦ ਫੈਸਲਾ ਲਿਆ ਜਾਊ। ਰਿਵਿਊ ਤੋਂ ਬਾਅਦ ਜੇਕਰ ਕਿਸੇ ਮੰਤਰੀ ਦੀ ਕਾਰਗੁਜ਼ਾਰੀ ਪਰਫਾਰਮੈਂਸ ਢਿੱਲੀ ਹੋਈ ਤਾਂ ਉਹਨੂੰ ਬਦਲਿਆ ਜਾ ਸਕਦਾ ਹੈ।
ਉਹਨੂੰ ਕੈਬਨਿਟ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ। ਇਹ ਸੰਭਾਵਨਾਵਾਂ ਸਾਰੀਆਂ ਬਰਕਰਾਰ ਨੇ, ਪਰ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਆ ਉਹਨਾਂ ਦੇ ਵਿੱਚ ਅਮਨ ਅਰੋੜਾ ਦਾ ਜ਼ਿਕਰ ਹੈ, ਉਹਨਾਂ ਵਿੱਚ ਸਰਬਜੀਤ ਕੌਰ ਮਾਣੂਕੇ ਦਾ ਜ਼ਿਕਰ ਹੈ, ਡਾਕਟਰ ਇੰਦਰਵੀਰ ਸਿੰਘ ਨਿੱਜਰ ਹੋਰਾਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਪਹਿਲਾਂ ਕਰ ਲਿਆ ਹੈ। ਪਰ ਕਿਹੜੇ ਚਿਹਰਿਆਂ ਨੂੰ ਮਾਨ ਕੈਬਨਿਟ ਵਿੱਚ ਲੈਂਦੇ ਆ, ਇਹ ਅਗਲੇ ਮਹੀਨੇ ਤੱਕ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਪੰਜਾਬ ਵਿਧਾਨ ਸਭਾ ਦਾ ਬਜਟ 24 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਵਿੱਤ ਮੰਤਰੀ 27 ਜੂਨ ਨੂੰ 2022-23 ਦਾ ਬਜਟ ਪੇਸ਼ ਕਰਨਗੇ। ਇਸ ਤੋਂ ਬਾਅਦ ਸਦਨ ਦੇ ਵਿੱਚ ਬਜਟ ਤੇ ਚਰਚਾ ਹੋਏਗੀ। ਦੱਸਿਆ ਜਾ ਰਿਹਾ ਹੈ ਕਿ 27 ਜੂਨ ਨੂੰ ਬਜਟ ਪੇਸ਼ ਹੋਣ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆਪਣੀ ਕੈਬਨਿਟ ਦਾ ਵਿਸਥਾਰ ਕਰ ਸਕਦੇ ਹੈ। ਤੇ ਇਹ ਵੀ ਖਬਰਾਂ ਨੇ ਕਿ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਉਹ ਮੁਲਾਕਾਤ ਕਰਕੇ ਇਹਦੇ ਤੇ ਜਲਦ ਚਰਚਾ ਕਰਨਗੇ। ਹੁਣ ਵੇਖਦੇ ਹਾਂ ਕਿ ਭਗਵੰਤ ਮਾਨ ਸਰਕਾਰ ਦਾ ਪਹਿਲਾ ਬਜਟ ਕਿਹੋ ਜਿਹਾ ਆਉਂਦਾ ਹੈ, ਉਹਦੇ ਉੱਤੇ ਵਿਰੋਧੀਆਂ ਦੀ, ਉਹਦੇ ਉੱਤੇ ਪੰਜਾਬ ਦੇ ਲੋਕਾਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ। ਪਰ ਤੁਹਾਨੂੰ ਯਾਦ ਕਰਵਾ ਦਿਆਂ ਕਿ ਇਸੇ ਵਰੇ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਵਿੱਚੋਂ 117 ਹਲਕਿਆਂ ਦੇ ਵਿੱਚੋਂ 92 ਵਿਧਾਨ ਸਭਾ ਹਲਕਿਆਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਸੀ। ਤੇ ਹੁਣ ਕਰਦੇ ਹਾਂ ਗੱਲ ਪੰਜਾਬ ਦਾ ਇੱਕ ਵੱਡਾ ਮੁੱਦਾ, ਭ੍ਰਿਸ਼ਟਾਚਾਰ। ਜੇਕਰ ਬੀਤੇ 2 ਦਹਾਕਿਆਂ ਦੇ ਉੱਤੇ ਨਜ਼ਰ ਮਾਰਦੇ ਹਾਂ ਕਿ ਪੰਜਾਬ ਦੀ ਰਾਜਨੀਤੀ ਕਿਵੇਂ ਦੀ ਰਹੀ, ਇੱਕ ਦੂਜੇ ਨੂੰ ਦੱਬਣ ਦਬਾਉਣ ਦੇ ਦਾਅਵੇ ਤਾਂ ਹੁੰਦੇ ਰਹੇ, ਇੱਕ ਦੂਸਰੇ ਦੇ ਉੱਤੇ ਰਿਸ਼ਵਤਖੋਰੀ ਦੇ ਇਲਜ਼ਾਮ ਵੀ ਲਗਾਉਂਦੇ ਰਹੇ, ਇੱਕ ਦੂਸਰੇ ਨੂੰ ਜੇਲ੍ਹਾਂ ਵਿੱਚ ਡੱਕਣ ਦੀਆਂ ਧਮਕੀਆਂ ਵੀ ਦਿੰਦੇ ਰਹੇ। ਪਰ ਜੇਕਰ ਆਪਾਂ ਇਸ ਦਹਾਕੇ ਦੇ ਉੱਤੇ ਜਾਂ ਇਹ ਤੋਂ ਪਿਛਲੇ ਦਹਾਕੇ ਦੇ ਉੱਤੇ ਭਾਵ 20 ਸਾਲਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਵਾਰ ਸਰਕਾਰ ਬਣੀ। ਸਰਕਾਰ ਨੇ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾਏ ਤੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ। ਉਹਦੇ ਤੋਂ ਬਾਅਦ 2006 ਦੇ ਵਿੱਚ ਅਕਾਲੀ ਦਲ ਨੇ ਕਾਂਗਰਸ ਤੇ ਸਿਟੀ ਸੈਂਟਰ ਦਾ ਦੋਸ਼ ਲਗਾ ਕੇ ਸੱਤਾ ਵਿੱਚ ਆਉਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹ 'ਚ ਡੱਕਣ ਦੇ ਦਾਅਵੇ ਕੀਤੇ। ਚੋਣ ਪ੍ਰਚਾਰ ਧੂਆਂਧਾਰ ਇਸ ਮਸਲੇ ਨੂੰ ਆਧਾਰ ਬਣਾ ਕੇ ਕੀਤਾ ਗਿਆ। ਪਰ 2007 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੀ, ਮੁੱਖ ਮੰਤਰੀ ਫਿਰ ਪ੍ਰਕਾਸ਼ ਸਿੰਘ ਬਾਦਲ ਬਣੇ। ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹ ਜਿਹੜਾ ਧੂਆਂਧਾਰ ਪ੍ਰਚਾਰ ਕੀਤਾ ਸੀ ਉਹ ਲਾਂਭੇ ਕਰ ਦਿੱਤਾ। ਸਿਰਫ ਭਰਤਿੰਦਰ ਚਾਹਲ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਫਸਾ ਕੇ ਖਾਨਾ ਪੂਰਤੀ ਜ਼ਰੂਰ ਕੀਤੀ ਤੇ ਲਗਾਤਾਰ 10 ਸਾਲ ਰਾਜ ਕੀਤਾ। 10 ਸਾਲਾਂ ਦੇ ਕਾਰਜਕਾਲ ਦੇ ਵਿੱਚ ਸਿਰਫ ਕਾਰਵਾਈ ਹੋਵੇਗੀ, ਕਾਰਵਾਈ ਕਰਾਂਗੇ, ਇਹ ਕਹਿੰਦਿਆਂ ਹੀ 10 ਸਾਲ ਗੁਜ਼ਾਰ ਦਿੱਤੇ। ਫਿਰ 2017 ਦੀ ਚੋਣ ਤੋਂ ਪਹਿਲਾਂ 2016 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਗਰਮ ਹੋ ਗਏ। 2016 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਭਾਜਪਾ ਦੇ ਕੁਝ ਆਗੂਆਂ ਤੇ ਰਿਸ਼ਵਤਖੋਰੀ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਸਾਨੂੰ ਸੱਤਾ ਦੇ ਦਿਓ, ਜਾਂਚ ਕਰਾਂਗੇ, ਛੱਡਦੇ ਕਿਸੇ ਨੂੰ ਨਹੀਂ। ਪਰ ਮਾੜੀ ਕਿਸਮਤ ਆਖੀਏ ਪੰਜਾਬ ਦੀ, 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫੇਰ ਸੱਤਾ 'ਚ ਆਉਂਦੇ ਆ। ਮਾੜੀ ਕਿਸਮਤ ਇਸ ਕਰਕੇ ਆਖਦਾ ਹੈ ਕਿ ਆਪਣੇ ਮਹਿਲਾਂ 'ਚ ਜਾ ਕੇ ਬੈਠ ਗਏ, ਖਾਸ ਮਹਿਮਾਨਾਂ ਦੇ ਨਾਲ ਗੁਲਸ਼ਰਲੇ ਉਡਾਉਣ ਲੱਗੇ ਤੇ ਮੁੜ ਕੇ ਪਤਾ ਨਹੀਂ ਕਿਹੜੀ ਚੀਜ਼ 'ਚ ਵਿਅਸਤ ਹੋ ਗਏ। ਉਹਨਾਂ ਨੇ ਇਹਨਾਂ ਕੰਮਾਂ ਉੱਤੇ ਤਾਂ ਕੀ ਗੌਰ ਕਰਨਾ ਸੀ? ਆਪਣੇ ਮੰਤਰੀਆਂ ਨੂੰ ਤੱਕ ਨਹੀਂ ਸੀ ਮਿਲਦੇ, ਵਿਧਾਇਕਾਂ ਨੂੰ ਨਹੀਂ ਸੀ ਮਿਲਦੇ ਤੇ ਉਹਦੇ ਮੰਤਰੀ ਵੀ, ਉਹਦੇ ਵਿਧਾਇਕ ਵੀ ਮਨਮਾਨੀਆਂ ਕਰਨ ਲੱਗ ਪਏ। ਉਹ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲੱਗ ਪਏ। ਕੈਪਟਨ ਦੀ ਸਰਕਾਰ ਦੇ ਦੌਰਾਨ ਅਕਾਲੀ ਭਾਜਪਾ ਆਗੂਆਂ ਨੇ ਵਿਸ਼ੇਸ਼ ਕਰਕੇ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਤੇ ਰਿਸ਼ਵਤਖੋਰੀ 'ਚ ਸ਼ਾਮਲ ਹੋਣ ਦੇ ਦੋਸ਼ ਲਗਾਏ। ਪਰ ਕਾਂਗਰਸ ਦੀ ਅੰਦਰੂਨੀ ਫੁੱਟ ਅਤੇ ਖੁਦ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਦੇ ਖਿਲਾਫ ਕੇਂਦਰੀ ਏਜੰਸੀਆਂ ਦੀ ਚੱਲ ਰਹੀ ਜਾਂਚ ਤੋਂ ਬਚਣ ਵਾਸਤੇ ਕੈਪਟਨ ਨੇ ਭਾਜਪਾ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਆਏ ਚਰਨਜੀਤ ਸਿੰਘ ਚੰਨੀ, ਤਕਰੀਬਨ 3 ਮਹੀਨੇ ਦਾ ਸਮਾਂ ਉਹਨਾਂ ਨੂੰ ਮਿਲਿਆ। ਉਹਨਾਂ ਤੇ ਵੀ ਆਪਣੇ ਚਹੇਤਿਆਂ ਦੇ ਜ਼ਰੀਏ ਕੁਝ ਇੱਕ ਨਿੱਜੀ ਪੂਰਤੀਆਂ ਕਰਨ ਦੇ ਦੋਸ਼ ਲੱਗੇ। ਆਮ ਲੋਕ ਇਹ ਸਭ ਕੁਝ ਵੇਖਦੇ ਰਹੇ, ਪਰ ਜਨਤਾ ਇਹਨਾਂ ਸਭ ਪਾਰਟੀਆਂ ਦੇ, ਕਦੇ ਕਾਂਗਰਸ ਤੇ ਕਦੇ ਅਕਾਲੀ ਭਾਜਪਾ ਦੇ, ਜੋ ਇਹ ਕਾਰਨਾਮੇ ਕਰਦੇ ਸੀ, ਤੰਗ ਆ ਚੁੱਕੀ ਸੀ, ਅੱਕ ਚੁੱਕੀ ਸੀ, ਇਹਨਾਂ ਨੂੰ ਸੁਣ ਕੇ ਥੱਕ ਚੁੱਕੀ ਸੀ। ਇਹ ਸਮਝ ਚੁੱਕੀ ਸੀ ਕਿ ਜਨਤਾ ਨੂੰ ਦੋਵੇਂ ਹੱਥੀਂ ਮੁੱਛਣ ਲੱਗੇ ਹੋਏ ਨੇ, ਲੁੱਟਣ ਲੱਗੇ ਹੋਏ ਨੇ, ਇਹਨਾਂ ਨੇ ਕਰਨਾ ਕਰਾਉਣਾ ਕੁਝ ਨਹੀਂ। ਇੱਕ ਦੂਸਰੇ ਦੇ ਖਿਲਾਫ ਕਹਿੰਦੇ ਆ ਕਿ ਜਾਂਚ ਕਰਾਂਗੇ, ਐਕਸ਼ਨ ਕਰਦੇ ਹੀ ਨਹੀਂ। ਜਨਤਾ ਨੂੰ ਗੁੰਮਰਾਹ ਕਰਕੇ ਸੱਤਾ 'ਚ ਆ ਜਾਂਦੇ ਆ ਤੇ ਮਿਲ ਜੁਲ ਕੇ ਖੇਡੀ ਜਾਂਦੇ ਆ। ਜਨਤਾ 'ਚ ਇੰਨਾ ਕੁ ਗੁੱਸਾ ਆਇਆ ਕਿ ਜਿਨ੍ਹਾਂ ਬਾਰੇ ਆਖਿਆ ਜਾਂਦਾ ਸੀ ਕਿ ਇਹ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਪਾਰਟੀ ਹੈ,
ਪਰ ਜਿੱਤ ਦਾ ਪਰਚਮ ਪੰਜਾਬ ਦੇ ਲੋਕਾਂ ਨੇ ਲਹਿਰਾਇਆ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ। ਕਿਉਂਕਿ ਉਹ ਵੀ ਇਹੀ ਗੱਲ ਕਹਿੰਦੇ ਸੀ ਕਿ ਭ੍ਰਿਸ਼ਟਾਚਾਰ ਨੂੰ ਬਖਸ਼ਾਂਗੇ ਨਹੀਂ। ਕੁਰਸੀ ਤੇ ਬੈਠਦੇ ਆ ਭਗਵੰਤ ਮਾਨ, ਪੰਜਾਬ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਆ ਉਹ। ਭਗਵੰਤ ਮਾਨ ਹੋਰਾਂ ਨੇ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਆ, ਆਪਣੀ ਨੀਤੀ ਸਪਸ਼ਟ ਕੀਤੀ। ਆਪਣੇ ਵਿਧਾਇਕਾਂ ਤੇ ਮੰਤਰੀ ਨੂੰ ਸਭ ਤੋਂ ਪਹਿਲੀ ਚੇਤਾਵਨੀ ਇਹੀ ਦਿੱਤੀ ਤੇ ਨਾਲ ਹੀ ਵਿਰੋਧੀ ਧਿਰ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਪਹਿਲਾਂ ਦੀਆਂ ਸਰਕਾਰਾਂ ਦੇ ਵਾਂਗ ਨਹੀਂ ਕੰਮ ਕਰਨਗੇ। ਕੋਈ ਸ਼ਿਕਾਇਤ ਮਿਲੂਗੀ ਤਾਂ ਉਹਦੇ ਉੱਤੇ ਐਕਸ਼ਨ ਲਿਆ ਜਾਊ, ਐਕਸ਼ਨ ਮੋਡ 'ਚ ਨਜ਼ਰ ਆਏ। ਉਹਨਾਂ ਨੇ ਇੱਕ WhatsApp ਨੰਬਰ ਵੀ ਜਾਰੀ ਕੀਤਾ। ਮੰਤਰੀਆਂ ਤੋਂ ਪਹਿਲਾਂ ਉਹਨਾਂ ਨੇ ਕੁਝ ਅਫਸਰਾਂ ਤੇ ਕੁਝ ਪਟਵਾਰੀਆਂ ਤੇ ਕੁਝ ਥਾਣੇਦਾਰਾਂ ਦੇ ਉੱਤੇ ਕਾਰਵਾਈਆਂ ਪਾਈਆਂ ਅਤੇ ਉਹਨਾਂ ਨੇ 2 ਮਹੀਨਿਆਂ ਦੇ ਆਪਣੇ ਕਾਰਜਕਾਲ ਦੇ ਵਿੱਚ ਆਪਣੀ ਸਿਹਤ ਦੇ ਮਾਹਰ ਕਿਹਾ ਜਾਂਦਾ ਸੀ ਜਿਹੜੇ, ਤੇ ਫਿਰ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਲਿਆ। ਭਾਵ ਡਾਕਟਰ ਵਿਜੇ ਸਿੰਗਲਾ ਆਪਣੇ ਕੈਬਨਿਟ ਮੰਤਰੀ ਨੂੰ ਜੇਲ੍ਹ ਭੇਜ ਕੇ ਇਸ਼ਾਰਾ ਕਰ ਦਿੱਤਾ, ਸਾਫ਼ ਕਰ ਦਿੱਤਾ ਕਿ ਜੇ ਮੈਂ ਆਪਣੇ ਮੰਤਰੀ ਨੂੰ ਨਹੀਂ ਬਖਸ਼ਿਆ, ਤਿਆਰ ਤੁਸੀਂ ਵੀ ਹੋ ਜਾਓ। ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹੇ ਧਰਮਸੋਤ, ਉਹਨਾਂ ਦੇ ਸਾਥੀ ਚੁੱਕੇ। ਉਹ ਤੋਂ ਬਾਅਦ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਆਵਾਸ ਤੇ ਦਿੱਤੇ ਧਰਨੇ ਤੋਂ ਬਾਅਦ ਮਾਨ ਕਾਫੀ ਖਫਾ ਕਿ ਆਹ ਭਾਈ ਕੀ ਹੋ ਗਿਆ, ਸਾਡੇ ਹੱਕ ਇੱਥੇ ਰੱਖ ਕਿ ਕੀ ਕਾਂਗਰਸੀਆਂ ਦਾ ਜਨਮ ਸਿੱਧ ਅਧਿਕਾਰ ਹੈ ਕਿ ਭ੍ਰਿਸ਼ਟਾਚਾਰ ਕਰਨ ਵੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਨਾ ਕਰਨ ਦੇਣ, ਕਿ ਉਹਨਾਂ ਨੂੰ ਬਚਾਉਣ ਵਾਸਤੇ ਵੀ ਦਾ ਖੇਡੇ ਜਾ ਰਹੇ ਨੇ, ਦਬਾਅ ਬਣਾਇਆ ਜਾ ਰਿਹਾ ਹੈ। ਤੇ ਹੁਣ ਚਰਚਾ ਹੈ ਕਿ ਜਿਉਂ-ਜਿਉਂ ਤਾਪਮਾਨ ਵੱਧ ਰਿਹਾ, ਮੌਸਮ ਗਰਮ ਹੋ ਰਿਹਾ ਹੈ, ਉਸੇ ਤਰ੍ਹਾਂ ਕਈ ਹੋਰ ਸਾਬਕਾ ਮੰਤਰੀ, ਕੁਝ ਵਿਧਾਇਕ ਜਿਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਆਪਣੀ ਤਾਕਤ ਦਾ ਇਸਤੇਮਾਲ ਗਲਤ ਤਰੀਕੇ ਨਾਲ ਕੀਤਾ, ਪਾਰਟੀ ਨੇਤਾਵਾਂ ਤੇ ਆਪਣਾ ਦਾਬਾ ਬਣਾ ਕੇ ਰੱਖਿਆ, ਉਹਨਾਂ ਤੇ ਐਕਸ਼ਨ ਕੀਤੇ ਜਾਣ ਦੀਆਂ ਤਿਆਰੀਆਂ ਨੇ। ਉਹਨਾਂ ਦੇ ਕੁਝ ਚਹੇਤਿਆਂ ਤੇ, ਕੁਝ ਚੇਅਰਮੈਨਾਂ ਤੇ, ਕੁਝ ਸਹਿਯੋਗੀਆਂ ਤੇ ਸਰਕਾਰ ਦੇ ਰਡਾਰ ਤੇ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਬੈਠਿਆ, ਨਵਜੋਤ ਸਿੱਧੂ ਬੈਠਿਆ, ਵਿਜੇ ਸਿੰਗਲਾ ਬੈਠਿਆ, ਸਾਧੂ ਸਿੰਘ ਧਰਮਸੋਤ ਬੈਠੇ ਆ, ਕੁਝ ਹੋਰ ਸਾਬਕਾ ਮੰਤਰੀ ਤੇ ਵਿਧਾਇਕ ਮਹਿਮਾਨ ਬਣ ਸਕਦੇ ਹੈ। ਇਹਦੇ ਨਾਲ ਹੀ ਪਹਿਲੀ ਸਰਕਾਰ ਦੇ ਵਿੱਚ ਸੁੱਖ ਭੋਗਣ ਵਾਲੇ ਅਤੇ ਹੁਣ ਦੀ ਸਰਕਾਰ ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਵੀ ਸਰਕਾਰ ਦੇ ਰਡਾਰ ਤੇ ਨੇ। ਉਹ ਕਹਿੰਦੇ ਵਿਰੋਧੀ ਹੋਣ ਭਾਵੇਂ ਆਪਣੇ ਹੋਣ, ਛੱਡਣਾ ਕਿਸੇ ਨੂੰ ਨਹੀਂ। ਸਖਤ ਸੰਦੇਸ਼ ਦੇ ਦਿੱਤਾ ਗਿਆ ਸੀ ਜਿਸ ਤਰ੍ਹਾਂ ਵਿਜੇ ਸਿੰਗਲਾ ਨੂੰ ਫੜਿਆ ਗਿਆ ਸੀ। ਅਗਲੇ ਹਫ਼ਤੇ ਜਨਤਾ ਨੂੰ ਨਵੇਂ ਐਕਸ਼ਨ ਉਮੀਦ ਹੈ। ਇਹਦੀਆਂ ਕਨਸੂਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਬੀਤੇ ਦਿਨਾਂ ਦੇ ਵਿੱਚ FIR ਦੇ ਵਿੱਚ ਨਾਮ ਦਰਜ ਕੀਤਾ ਗਿਆ ਸੰਗਤ ਸਿੰਘ ਗਿਲਜੀਆਂ ਦਾ, ਲੁਕਦੇ ਫਿਰ ਰਹੇ ਨੇ, ਹੱਥ ਨਹੀਂ ਲੱਗੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ 28 ਕਰੋੜ ਵਾਲਾ ਘਪਲਾ, ਉਹਦੀ ਜਾਂਚ ਬਿਠਾ ਦਿੱਤੀ ਹੈ। ਭਾਰਤ ਭੂਸ਼ਣ ਆਸ਼ੂ ਦੇ ਉੱਤੇ 2000 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਲੱਗ ਗਏ ਹੈ। ਉਮੀਦ ਹੈ ਕਿ ਕੁਝ ਕੁ ਦਿਨ ਉਡੀਕ ਕਰਿਓ, ਕੁਝ ਸਾਬਕਾ ਮੰਤਰੀ ਹੋਰ ਕਿਸੇ ਨਾ ਕਿਸੇ ਜੇਲ੍ਹ ਦੇ ਵਿੱਚ ਬੈਠੇ ਨਜ਼ਰ ਆਉਣਗੇ। ਖਬਰਾਂ ਤਾਂ ਹੁਣ ਇਹ ਵੀ ਆਉਣ ਲੱਗ ਪਈਆਂ ਕਿ ਮੰਤਰੀਆਂ ਦੇ ਨਾਲ ਨਾਲ ਸਾਬਕਾ ਮੁੱਖ ਮੰਤਰੀ ਵੀ ਜਾਣਗੇ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਆਧਾਰ ਬਣਾ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਾਸ ਮਖਾਸ ਇਕਬਾਲ ਸਿੰਘ ਦੀ ਗ੍ਰਿਫਤਾਰੀ ਕਰ ਲਈ ਸੀ। ਉਹਦੇ ਤੋਂ ਬਾਅਦ ਚਰਚਾਵਾਂ ਹੁਣ ਕਾਫੀ ਸਰਗਰਮੀ ਦੇ ਨਾਲ ਚੱਲ ਰਹੀਆਂ ਨੇ। ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਚਰਨਜੀਤ ਸਿੰਘ ਚੰਨੀ ਵੱਲ ਹੱਥ ਵਧਣਗੇ। ਦੱਸਣਾ ਬਣਦਾ ਕਿ 8 ਜੂਨ ਨੂੰ ਚਮਕੌਰ ਸਾਹਿਬ ਦੀ ਪੁਲਿਸ ਨੇ ਜਨਵਰੀ ਮਹੀਨੇ ਦਰਜ ਕੀਤੀ ਗਈ FIR ਦੇ ਅਧੀਨ ਇਕਬਾਲ ਸਿੰਘ ਦੀ ਗ੍ਰਿਫਤਾਰੀ ਕੀਤੀ। ਇਹ ਗ੍ਰਿਫਤਾਰੀ ਪੰਜਾਬ ਵਿਜੀਲੈਂਸ ਨੇ ਜਿੰਦਾਪੁਰ ਦੇ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤਤਕਾਲੀ DFO ਅਮਿਤ ਚੌਹਾਨ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਜੰਗਲਾਤ ਵਿਭਾਗ ਦੀ ਜ਼ਮੀਨ ਤੇ 40 ਤੋਂ 50 ਕਰੋੜ ਰੁਪਏ ਦੀ ਸਾਈਡ ਮਾਈਨਿੰਗ ਨੂੰ ਆਧਾਰ ਬਣਾ ਕੇ, ਗੈਰ ਕਾਨੂੰਨੀ ਜਿਹੜੀ ਮਾਈਨਿੰਗ ਕੀਤੀ ਗਈ ਸੀ ਉਹਨੂੰ ਆਧਾਰ ਬਣਾ ਕੇ ਕੀਤਾ ਸੀ ਤੇ ਉਹਦੇ ਇਵਜ਼ ਦੇ ਵਿੱਚ ਹੀ ਉਸੇ FIR ਦੇ ਵਿੱਚ ਉਹਨੂੰ ਚੁੱਕਿਆ ਗਿਆ। ਇਕਬਾਲ ਸਿੰਘ, ਤੁਹਾਨੂੰ ਮੈਂ ਦੱਸ ਰਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਾਸ ਮਖਾਸ ਨੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਐਕਸ਼ਨ ਮੋਡ 'ਚ ਸਰਕਾਰ ਕਿਉਂ ਹੈ। ਸ਼ਿਕਾਇਤ ਤੋਂ 68 ਦਿਨ ਬਾਅਦ FIR, 192 ਦਿਨ ਬਾਅਦ ਗ੍ਰਿਫਤਾਰੀ। ਚਰਚਾ ਇਹ ਹੈ ਕਿ ਵਿਜੀਲੈਂਸ ਤੇ ਹੁਣ ਹੱਥ ਨੇ ਨਾ ਜਿਹੜੇ, ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵਧ ਰਹੇ ਨੇ। ਖਬਰਾਂ ਇਹ ਨੇ ਕਿ ਵਿਜੀਲੈਂਸ ਦੀ ਜਾਂਚ ਦੇ ਵਿੱਚ ਜਿਹੜੇ ਕੁਝ ਮੰਤਰੀ, ਜਿਹੜੇ ਕੁਝ ਅਫਸਰ ਫੜੇ ਹੋਏ ਨੇ, ਉਹ ਬਹੁਤ ਕੁਝ ਉਗਲ ਰਹੇ ਨੇ। ਇਸੇ ਕਰਕੇ ਉਮੀਦ ਹੈ, ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ, ਕਿ ਪੰਜਾਬ ਦੇ ਕੁਝ ਸਾਬਕਾ ਮੰਤਰੀਆਂ ਦੀ ਖੈਰ ਨਹੀਂ ਤੇ ਉਹਨਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ
शायद पुट्ठी गिणती शुरू कर देण। ते दूसरी जिहड़ी खबर है, किसान मजदूर एकता जिंदाबाद, ये नारे बड़े लगे, पर की इहदी झलक देखण नूं मिली? वो झलक मैं तुहाडे नाल साझी कर रहा। इहदी झलक सचमुच मिली है। सोशल मीडिया ते इहदी चर्चा भी हो रही है। जानकारी के अनुसार मुक्तसर साहब जिले के विचों एक खबर मिली है कि एक किसान दे कोल 35 वरियां तो एक काम कर रहा सी, सीरी उहदे नौकर वजों काम कर रहा सी। हुण आम तौर पर किसान दी जां सीरी दी रिटायरमेंट उम्र किहड़ी है? कोई भी नहीं। सीरी रिटायर होया, सेवा मुक्ति नहीं, सेवा मुक्ति के नाल नाल 5 लाख रुपए तो वध लैणे सी उस किसान ने उस अपने नौकर तो। वो कहता उन्हां ते भी लकीर फेरी, जा तैनूं छड्डे, तेरा ये इनाम। नाल ही न्याई के टक दे विचों 2 कनालां जमीन भी उन्होंने दे दित्तियां ने कि जिन्नी देर तक भा तूं जिउंदा है उन्नी देर तक खेती कर, पट्ठे बीज, कुछ कर, ये 2 कनालां तेरियां। विदायगी के समय किसान ने अपने सीरू नूं सिरोपा दिता, पूरे आदर मान सत्कार दे नाल उन्हां दे घर भी छड्ड के आए, ते नाल हसदियां हसदियां ये भी आख रहे सी कि मैनूं ये तां पता कि इहदे तो टिकिया तां नहीं जाना, भावें मैं इहनूं सिरोपा दे के इहनूं इहदे घर छड्ड आया, पर देख लिओ कहंदे 2 घंटिਆਂ ਨੂੰ आ मोटर वाले खेत दे आके फिर बैठा होऊगा, क्योंकि ये तो घर टिकिया नहीं जाना। तुसीं देखो कि किन्नी खूबसूरत उदाहरण है कि जे 35 वरे भाई तू मेरे खेतों च मेरे नाल काम कराउंदा रहा, तेरा मुड़का चोया तां 2 कनालां जमीन तेरी, जिहड़ा तेरे तो 5 लाख तो वध रुपया लेना सी, जा ये भी तैनूं छड्डिया, ये तेरी रिटायरमेंट, जिवें कहंदे ने मेरे तेरे फंड जमा होए पए सी वो भाई तैनूं दित्ते। उम्मीद है कि इस पॉजिटिव खबर नूं आउण वाले दिनां दे विच कुछ क लोग भी अपनाउणगे ते इस तरह ਦੀਆਂ खबरां होर भी वेखण सुणन नूं मिलणगीਆਂ। सो दोस्तों, ये सी कुल मिला के अपना अज दा प्रोग्राम। जेकर चंगा लग्या किरपा करके लाइक और शेयर कर दिओ। जेकर हाले तक तुसीं अपने इस चैनल नूं सबसक्राइब नहीं किया तो कृपा करके सबसक्राइब करके नोटिफिकेशन वाली घंटी जरूर ऑन कर लैनी। तुहाडे दिलों धन्नवादी होवांगे। समा समाप्त है। जाण तो पहलां कहांगा, जिंदगी जिंदादिली का नाम है। दविंदर सिंह बैनीपाल नूं आग्या दिओ। सत श्री अकाल ते रब राखा।